इन्हीं दिनी पंजाब कैबिनेट दे विच फेर बदल दीआं चर्चावां काफ़ी जोरां दे उपर ने। दस्सिया जा रहा है कि कई नवे लोगों को मौका मिल सकता है। इस विचाले जो पंजाब यूथ कांग्रेस के प्रधान ने बरिंदर ढिल्लों, उन्होंने मांग की है कि नौजवान चेहरे भी कैबिनेट दे विच शामिल होने चाहिए ने। इसलिए वो डिमांड करते हैं कि कांग्रेस हाईकमान और कैप्टन अमरिंदर सिंह भी इस गल का ध्यान रखन कि हुण नौजवानों भी अगे आने का मौका मिले तो नौजवान चेहरे भी पंजाब कैबिनेट का हिस्सा बनन। होर की कुछ कह रहे हैं बरिंदर ढिल्लों, साडे पत्रकार रविंदर सिंह ने उन्हां नाल गलबात की है। सब तो छोटे वजिंदर सिंगला ने कैबिनेट के 49 साल उन्होंने उम्र है, उस तो घट हाले तक कोई कैबिनेट मंत्री बनाया ही नहीं गया पंजाब कांग्रेस। ਅਸੀਂ ਵੀ ਪੰਜਾਬ ਯੂਥ ਕਾਂਗਰਸ ਵੱਲੋਂ ਵੀ ਅਸੀਂ ਵੀ ਕੈਪਟਨ ਸਾਹਿਬ ਨੂੰ ਅਪੀਲ ਕਰਦੇ ਹਾਂ, ਹਾਈ ਕਮਾਂਡ ਨੂੰ ਅਪੀਲ ਕਰਦੇ ਹਾਂ ਵੀ ਨੌਜਵਾਨਾਂ ਨੂੰ ਤੁਸੀਂ ਮੌਕਾ ਦਿਓ ਕੈਬਨਿਟ ਵਿੱਚ। ਹੁਣ ਕਾਫੀ ਬਜ਼ੁਰਗਾਂ ਨੂੰ ਆਲਰੇਡੀ ਆਪਾਂ ਮਤਲਬ ਮੌਕਾ ਦਿੱਤਾ ਵਾ। ਹਾਂ ਟਾਈਮ ਹੈ ਹੁਣ ਇਸ ਟਾਈਮ 6 ਮਹੀਨਿਆਂ ਦੇ ਵਿੱਚ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ। ਰਾਜਾ ਵੜਿੰਗ ਦੀ ਅਗਰ ਗੱਲ ਕਰੀਏ ਤਾਂ ਕੈਪਟਨ ਸਾਹਿਬ ਨੂੰ ਪਸੰਦ ਨਹੀਂ ਆਉਂਦੇ ਕਿ ਕੈਪਟਨ ਸਾਹਿਬ ਚਾਹਣਗੇ ਕਿ ਰਾਜਾ ਵੜਿੰਗ ਵੀ ਬਣ। ਅਸੀਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰ ਰਹੇ, ਅਸੀਂ ਓਵਰਆਲ ਕਹਿ ਰਹੇ ਹਾਂ ਵੀ ਨੌਜਵਾਨ ਚਿਹਰੇ ਆਣਗੇ। ਜਿਵੇਂ ਹੁਣ ਤੁਸੀਂ ਵੇਖੋਗੇ ਅੱਜ ਮੋਦੀ ਨੇ ਵੀ ਕੈਬਨਿਟ ਐਕਸਪੈਂਡ ਕੀਤੀ ਤੇ ਬਹੁਤ ਅੰਡਰ 50 ਉਹਨਾਂ ਨੇ ਲਿੱਤੇ ਆ। पंजाब कैबिनेट ਦੇ ਵਿੱਚ ਲਗਭਗ ਫੇਰ ਬਦਲ ਤੈਅ ਹੈ, ਨਾ ਫਾਈਨਲ ਹੋ ਚੁੱਕੇ ਨੇ, ਔਪਚਾਰਿਕ ਐਲਾਨ ਬਾਕੀ ਹੈ। ਵਿੱਚ ਇੱਕ ਚਰਚਾ ਇਹ ਵੀ ਚੱਲ ਰਹੀ ਹੈ ਕਿ ਨੌਜਵਾਨ ਚਿਹਰਿਆਂ ਨੂੰ ਪੰਜਾਬ ਕੈਬਨਿਟ ਦੇ ਵਿੱਚ ਥਾਂ ਮਿਲ ਸਕਦੀ ਹੈ। ਥਾਂ ਹੁਣ ਤੱਕ ਕਿਉਂ ਨਹੀਂ ਮਿਲੀ, ਸਵਾਲ ਇਹ ਵੀ ਉੱਠਦਾ ਹੈ। ਇਹਨਾਂ ਸਵਾਲਾਂ ਦੇ ਜਵਾਬ ਲੈਣ ਲਈ ਸਾਡੇ ਨਾਲ ਇੱਥੇ ਬਰਿੰਦਰ ਢਿੱਲੋਂ ਜੀ ਨੇ, ਯੂਥ ਕਾਂਗਰਸ ਦੇ ਪ੍ਰਧਾਨ ਨੇ। ਬਰਿੰਦਰ ਢਿੱਲੋਂ ਜੀ, ਕਾਰਨ ਕੀ ਹੈਗਾ ਅੱਜ ਤੱਕ 4.5 ਸਾਲ ਬੀਤ ਚੁੱਕੇ ਨੇ, ਹਾਲੇ ਤੱਕ ਨੌਜਵਾਨ ਚਿਹਰਾ ਕੈਬਨਿਟ 'ਚ ਦਿਖਦਾ ਨਹੀਂ। ਸਭ ਤੋਂ ਛੋਟੇ ਵਜਿੰਦਰ ਸਿੰਗਲਾ ਨੇ ਕੈਬਨਿਟ ਦੇ ਵਿੱਚ 49 ਸਾਲ ਉਹਨਾਂ ਦੀ ਉਮਰ ਹੈ, ਉਸ ਤੋਂ ਘੱਟ ਹਾਲੇ ਤੱਕ ਕੋਈ ਕੈਬਨਿਟ ਮੰਤਰੀ ਬਣਾਇਆ ਹੀ ਨਹੀਂ ਗਿਆ ਪੰਜਾਬ ਕਾਂਗਰਸ ਦੇ ਵਿੱਚ। ਤੈਅ ਉਮਰ ਸੀਮਾ ਦੀ ਗੱਲ ਕਰੀਏ ਤਾਂ 45 ਸਾਲ ਤੱਕ ਨੌਜਵਾਨ ਮੰਨਦੇ ਹੋ। ਕਾਰਨ ਕੀ ਰਹੇ ਆ ਤੇ ਹੁਣ ਕੋਈ ਉਮੀਦ ਲੱਗਦੀ ਹੈ ਕਿ ਨੌਜਵਾਨ ਚਿਹਰੇ ਨੂੰ ਜਗ੍ਹਾ ਮਿਲੇਗੀ? ਦੇਖੋ ਨੌਜਵਾਨਾਂ ਨੂੰ ਅਸੀਂ ਵੀ ਪੰਜਾਬ ਯੂਥ ਕਾਂਗਰਸ ਵੱਲੋਂ ਵੀ ਅਸੀਂ ਵੀ ਕੈਪਟਨ ਸਾਹਿਬ ਨੂੰ ਅਪੀਲ ਕਰਦੇ ਹਾਂ, ਹਾਈ ਕਮਾਂਡ ਨੂੰ ਅਪੀਲ ਕਰਦੇ ਹਾਂ ਵੀ ਨੌਜਵਾਨਾਂ ਨੂੰ ਤੁਸੀਂ ਮੌਕਾ ਦਿਓ ਕੈਬਨਿਟ ਵਿੱਚ, ਤਾਂ ਕਿ ਨੌਜਵਾਨਾਂ ਨਾਲ ਇੱਕ ਜੋਸ਼ ਆਉਂਦਾ ਵਾ, ਨੌਜਵਾਨਾਂ 'ਚ ਇੱਕ ਹਿੰਮਤ ਹੁੰਦੀ ਆ ਔਰ ਨੌਜਵਾਨ ਬਹੁਤ ਭੱਜ ਨੱਸ ਕਰਕੇ ਕੰਮ ਕਰਦੇ ਆ। ਸੋ ਮੇਰੇ ਹਿਸਾਬ ਨਾਲ ਫਸਟ ਟਾਈਮਰਸ ਨੂੰ ਮੌਕਾ ਮਿਲਣਾ ਚਾਹੀਦਾ ਔਰ ਉਹਨਾਂ 'ਚੋਂ ਨੌਜਵਾਨਾਂ ਨੂੰ, ਸਾਡੇ ਬੜੇ ਕਾਬਲ ਕਈ ਨੌਜਵਾਨ ਲੀਡਰਸ ਆ ਜਿਨ੍ਹਾਂ ਨੇ ਮਤਲਬ ਵੱਡੀ ਵੱਡੀ ਬੁਲੰਦੀਆਂ ਛੂਹੀਆਂ, ਉੱਪਰ ਤੱਕ ਰਹੇ ਆ। ਸੋ ਅਸੀਂ ਉਮੀਦ ਕਰਦੇ ਹਾਂ ਵੀ ਉਹਨਾਂ ਨੂੰ ਸਾਰਿਆਂ ਨੂੰ ਮੌਕਾ ਮਿਲੇ ਔਰ ਇੱਕ ਵਧੀਆ ਐਗਜ਼ਾਮਪਲ ਸੈੱਟ ਹੋਵੇ। ਐਵੇਂ ਆਪਾਂ ਮਤਲਬ ਠੀਕ ਆ, ਆਪਾਂ ਤੁਹਾਡੀ ਗੱਲ ਮੈਨੂੰ ਵਾਜਬ ਲੱਗਦੀ ਆ ਵੀ ਹੁਣ ਕਾਫੀ ਬਜ਼ੁਰਗਾਂ ਨੂੰ ਆਲਰੇਡੀ ਆਪਾਂ ਮਤਲਬ ਮੌਕਾ ਦਿੱਤਾ ਵਾ। ਹਾਂ ਟਾਈਮ ਹੈ ਹੁਣ ਇਸ ਟਾਈਮ 6 ਮਹੀਨਿਆਂ ਦੇ ਵਿੱਚ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਵਾ। ਅਗਰ ਗੱਲ ਕਰੀਏ ਤਾਂ ਲਗਾਤਾਰ ਰਾਜਾ ਵੜਿੰਗ ਦਾ ਨਾਮ ਵੀ ਸਾਹਮਣੇ ਆ ਰਿਹਾ, ਹੋਰ ਵੀ ਬਹੁਤ ਸਾਰੇ ਐਸੇ ਲੀਡਰ ਹੈਗੇ ਨੇ। ਕੁਲਜੀਤ ਨਾਗਰਾ ਦੀ ਗੱਲਬਾਤ ਵੀ ਸਾਹਮਣੇ ਆ ਰਹੀ ਕਿ ਉਹ ਵੀ ਬਣ ਸਕਦੇ ਨੇ। ਖਬਰਾਂ 'ਚ ਕਿੰਨਾ ਕੁ ਦਮ ਹੈਗਾ, ਲੱਗਦੇ ਇਹਨਾਂ ਨੂੰ ਸક્ષਮ ਲੀਡਰ ਮੰਨਦੇ ਹੋ ਤੁਸੀਂ ਕਿ ਇਹ ਕੈਬਨਿਟ ਦੇ ਵਿੱਚ? ਦੇਖੋ ਰਾਜਾ ਵੜਿੰਗ ਜੀ IYC ਦੇ ਪ੍ਰਧਾਨ ਆ ਔਰ ਮਤਲਬ ਉਹਨਾਂ ਨੇ ਸਾਰੇ ਦੇਸ਼ ਦੇ ਉੱਤੇ ਆਪਣਾ ਕੀ ਕਹਿੰਦੇ ਯੂਥ ਕਾਂਗਰਸ ਨੂੰ ਖੜਾ ਕੀਤਾ, ਯੂਥ ਕਾਂਗਰਸ ਦਾ ਬਲ ਕੀਤਾ। ਉਹਨਾਂ 'ਚ ਦਮ ਆ, ਬੋਲਦੇ ਬੁਲਾਰੇ ਚੰਗੇ ਆ, ਬਾਦਲਾਂ ਦੇ ਉਲਟ ਲੜੇ ਆ, ਕਿਸ ਤਰੀਕੇ ਨਾਲ ਉਹ ਕੀਤਾ ਵਾ। ਸੋ ਬਿਲਕੁਲ ਉਹਨਾਂ ਦੀ ਔਰ ਅਗਰ ਤੁਸੀਂ ਵੇਖੋਗੇ ਸਾਡੀ ਕਾਂਗਰਸ ਦੀ ਪ੍ਰਤੀਕਿਰਿਆ, ਅਸ਼ੋਕ ਤਵਰ ਜੀ ਸੀਗੇ ਪ੍ਰਧਾਨ, ਉਹਨਾਂ ਨੂੰ ਸਿੱਧਾ ਆਪਣਾ PCC ਦਾ ਪ੍ਰਧਾਨ ਲਾਇਆ। ਸੁਰਜੇਵਾਲਾ ਜੀ ਪ੍ਰਧਾਨ ਸੀਗੇ, ਅੱਜ ਸੁਰਜੇਵਾਲਾ ਜੀ ਕਿੱਥੇ ਆ? ਔਰ ਰਾਜੀਵ ਸਾਤਵ ਜੀ ਸੀਗੇ, ਰਾਜੀਵ ਸਾਤਵ ਜੀ ਨੂੰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਮਿਲੀਆਂ। ਸੋ ਪ੍ਰੋਟੋਕਾਲ ਦੇ ਵਿੱਚ ਉਹਨਾਂ ਦੀ ਆਪਣਾ ਕਾਬਲੀਅਤ ਵੀ ਬਣਦੀ ਆ ਔਰ ਉਹ ਚੀਜ਼ ਵੀ ਬਣਦੀ ਆ। ਉਵੇਂ ਨਾਗਰਾ ਜੀ ਦੀ ਤੁਸੀਂ ਗੱਲ ਕਰਦੇ ਹੋ, AICC ਮੈਂਬਰ ਆ, CWC ਮੈਂਬਰ ਆ, ਪਾਰਟੀ ਦੇ ਵਿੱਚ ਉਹਨਾਂ ਦਾ ਬਹੁਤ ਉੱਚ ਸਥਾਨ ਆ ਔਰ ਬੜਾ ਵੱਡਾ ਕੱਦ ਆ ਔਰ ਨਾਗਰਾ ਜੀ ਨੂੰ ਇੱਕ ਤਰੀਕੇ ਨਾਲ ਵੇਖਿਆ ਜਾਂਦਾ। ਉਵੇਂ ਤੁਸੀਂ ਅਗਰ ਹੋਰ ਵੀ ਕਹੋ, ਭਾਵੇਂ ਆਪਣਾ ਕਹਿੰਦੇ ਨੌਜਵਾਨ ਕਈ MLA ਆ ਫਸਟ ਟਾਈਮਰਸ ਜਿਨ੍ਹਾਂ ਦੀ ਆਪਣਾ ਕਹਿੰਦੇ ਜਿਨ੍ਹਾਂ ਨੂੰ ਸ਼ਾਇਦ ਅੱਜ ਇੱਕ ਕੰਮ ਕਰਨ ਦਾ ਜਿੰਨਾ क्षमता ਹੋਵੇ, ਕਿਉਂਕਿ ਇਹ ਤਾਂ ਕਈਆਂ 'ਚ ਬੌਨ क्षमता ਹੁੰਦੀ ਆ, ਕਈਆਂ 'ਚ ਇਹ ਨਹੀਂ ਆ ਵੀ ਜ਼ਰੂਰੀ ਰਾਜਨੀਤੀ 'ਚ ਐਕਸਪੀਰੀਅੰਸ ਬਹੁਤ ਜ਼ਰੂਰੀ ਆ। ਲੇਕਿਨ ਅਗਰ ਨੌਜਵਾਨਾਂ ਨੂੰ ਅਗਰ ਮੌਕਾ ਮਿਲੇ ਤੇ ਉਹਨਾਂ ਨੂੰ ਵੀ ਕਈਆਂ 'ਚ क्षमता ਅੰਦਰੋਂ ਹੁੰਦੀ ਆ, ਐਕਸਪੀਰੀਅੰਸ ਮਿਨਿਸਟਰੀ ਦਾ ਮਿਲ ਕੇ ਦੇ ਨਾਲ ਐਕਸਪੀਰੀਅੰਸ ਮਿਲ ਜਾਂਦਾ। ਤੁਹਾਨੂੰ ਵੀ ਕੁਰਸੀ ਦੇ ਨਾਲ ਹੀ ਐਕਸਪੀਰੀਅੰਸ ਮਿਲਿਆ, ਤੁਹਾਨੂੰ ਯੂਥ ਪ੍ਰਧਾਨ ਬਣਾਇਆ ਗਿਆ ਤਾਂ ਕੁਰਸੀ ਦੇ ਨਾਲ ਤੁਹਾਨੂੰ ਬਹੁਤ ਸਾਰੇ ਐਕਸਪੀਰੀਅੰਸ ਮਿਲ ਗਿਆ। ਰਾਜਾ ਵੜਿੰਗ ਦੀ ਗੱਲ ਕਰ ਰਹੇ ਸੀ। ਰਾਜਾ ਵੜਿੰਗ ਦੀ ਅਗਰ ਗੱਲ ਕਰੀਏ ਤਾਂ ਕੈਪਟਨ ਸਾਹਿਬ ਨੂੰ ਪਸੰਦ ਨਹੀਂ ਆਉਂਦੇ ਕਿ ਕੈਪਟਨ ਸਾਹਿਬ ਚਾਹਣਗੇ ਕਿ ਰਾਜਾ ਵੜਿੰਗ ਵੀ ਬਣਨ, ਕਿਉਂਕਿ ਲਗਾਤਾਰ ਉਹਨਾਂ ਖਿਲਾਫ ਸਰਕਾਰ ਦੇ ਚਰਚਾਵਾਂ ਵੀ ਕਰਦੇ ਰਹਿੰਦੇ ਨੇ, ਗੱਲਬਾਤ ਵੀ ਕਰਦੇ ਰਹਿੰਦੇ ਨੇ, ਬੋਲਦੇ ਰਹਿੰਦੇ। ਦੇਖੋ ਇਹ ਮੁੱਖ ਮੰਤਰੀ ਸਾਹਿਬ ਦਾ ਇੱਕ ਬੜਾ ਵਿਸ਼ਾਲ ਦਿਲ ਆ। ਕੈਪਟਨ ਸਾਹਿਬ ਤੁਸੀਂ ਵੇਖੋਗੇ ਕਦੀ ਨਿੱਜੀ ਇਸ ਤਰੀਕੇ ਨਾਲ ਨਹੀਂ ਮੇਰੇ ਹਿਸਾਬ ਨਾਲ ਹੋਣਗੇ ਵੀ ਇਸ ਚੀਜ਼ ਨੂੰ ਆਪਣਾ ਡੈਮੋਕ੍ਰੇਸੀ ਦੇ ਵਿੱਚ ਕਿਤੇ ਨਾ ਕਿਤੇ ਸਪੇਸ ਰਹਿੰਦੀ ਆ ਔਰ ਕੈਪਟਨ ਸਾਹਿਬ ਦੀ ਪ੍ਰੈਰੋਗੇਟਿਵ ਆ ਇਸ ਚੀਜ਼ ਦੇ ਵਿੱਚ। ਕੈਪਟਨ ਸਾਹਿਬ ਨੇ ਵੇਖਣਾ ਵਾ ਉਹਨਾਂ ਨੇ ਕੈਬਨਿਟ ਕਿਵੇਂ ਚਲਾਉਣੀ ਆ ਔਰ ਕੈਪਟਨ ਸਾਹਿਬ ਨੂੰ ਹੀ ਬਿਹਤਰ ਪਤਾ ਵਾ ਵੀ ਉਹਨਾਂ ਨੇ ਕੈਬਨਿਟ ਦੇ ਵਿੱਚ ਕਿਹਨੂੰ ਲੈਣਾ। ਲੇਕਿਨ ਸਾਡੀ ਕੋਸ਼ਿਸ਼ ਆ ਵੀ ਅਸੀਂ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਕਰ ਰਹੇ, ਅਸੀਂ ਓਵਰਆਲ ਕਹਿ ਰਹੇ ਹਾਂ ਵੀ ਨੌਜਵਾਨ ਚਿਹਰੇ ਆਣਗੇ। ਜਿਵੇਂ ਹੁਣ ਤੁਸੀਂ ਵੇਖੋਗੇ ਅੱਜ ਮੋਦੀ ਨੇ ਵੀ ਕੈਬਨਿਟ ਐਕਸਪੈਂਡ ਕੀਤੀ ਤੇ ਬਹੁਤ ਅੰਡਰ 50 ਉਹਨਾਂ ਨੇ ਲਿੱਤੇ ਆ ਔਰ ਅੱਜ ਬਹੁਤ ਵੱਡਾ ਵਰਗਾ ਨੌਜਵਾਨਾਂ ਦਾ। ਅਗਰ ਤੁਸੀਂ ਨੌਜਵਾਨਾਂ ਨੂੰ ਲੁਭਾਉਣਾ ਵਾ ਤੇ ਨੌਜਵਾਨਾਂ ਨੂੰ
ਪੋਜੀਸ਼ਨ ਦੇਣੀ ਪਊਗੀ, ਨੌਜਵਾਨਾਂ ਨੂੰ ਸਪੇਸ ਦੇਣੀ ਪਊਗੀ। ਅਗਰ ਨੌਜਵਾਨਾਂ ਨੂੰ ਸਪੇਸ ਮਿਲੂਗੀ ਤੇ ਫਿਰ ਆਪਣੇ ਆਪ ਨੌਜਵਾਨ ਜਿਹੜਾ ਵਾ, ਕਿਉਂਕਿ ਬੈਟਰ ਰਿਲੇਟ ਕਰ ਪੈਂਦੇ ਆ ਕਿਤੇ ਨਾ ਕਿਤੇ ਨੌਜਵਾਨ ਆਪਣੇ ਨੌਜਵਾਨ ਚਿਹਰਿਆਂ ਨਾਲ, ਔਰ ਅਗਰ ਲੀਡਰ ਹੋਣਗੇ ਤੇ ਉਹਦੇ ਨਾਲ ਇੱਕ ਵਧੀਆ ਮੈਸੇਜ ਆ। ਢਿੱਲੋਂ ਸਾਹਿਬ, ਤੁਹਾਨੂੰ ਲੱਗਦਾ ਕਿ ਕਾਂਗਰਸ ਦੇ ਵਿੱਚ ਵੀ ਮਾਰਗਦਰਸ਼ਕ ਮੰਡਲ ਬਣ ਜਾਣਾ ਚਾਹੀਦਾ? ਜਿਹੜੇ ਸੀਨੀਅਰ ਹੈਗੇ ਨੇ, ਆਲਰੇਡੀ ਬਹੁਤ ਵਾਰ ਕੈਬਨਿਟ ਮੰਤਰੀ ਬਣ ਚੁੱਕੇ ਨੇ, ਉਹਨਾਂ ਨੂੰ ਹੁਣ ਅਗਵਾਈ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਮਾਰਗਦਰਸ਼ਕ ਕਰਨਾ ਚਾਹੀਦਾ ਵੀ ਨੌਜਵਾਨਾਂ ਨੂੰ ਜੀ ਕਰੋ ਜੀ ਇਸ ਤਰੀਕੇ ਨਾਲ ਕੰਮ। ਮੇਰੇ ਕਾਹਨੂੰ ਬਾਈ ਮਗਰ ਪਵਾਉਣਾ, ਐਵੇਂ ਮਤਲਬ ਬਜ਼ੁਰਗ ਹੈਗੇ ਆ, ਉਹਨਾਂ ਦਾ ਕਈ ਵਾਰ ਵੱਡਿਆ ਮਤਲਬ ਵੀ ਉਹ ਫਿਰ ਆਪਣਾ ਕਹਿੰਦੇ ਐਵੇਂ ਮੈਨੂੰ ਨਾ ਤੂੰ ਇਸ ਚੀਜ਼ ਵਿੱਚ ਕਰ। ਮਾਰਗਦਰਸ਼ਕ ਮੰਡਲ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ। ਬਜ਼ੁਰਗਾਂ ਦਾ ਬੜਾ ਸਤਿਕਾਰ ਆ ਕਿ ਨੌਜਵਾਨਾਂ ਨੂੰ ਜਗ੍ਹਾ ਮਿਲਣੀ ਚਾਹੀਦੀ, ਜੇ ਉਹ ਜਾਣਗੇ ਤਾਂ ਫੇਰ ਹੀ ਨੌਜਵਾਨ ਅੱਗੇ ਆਉਣਗੇ। ਤੁਹਾਡੇ ਤੁਸੀਂ ਸਾਰਿਆਂ ਤੋਂ ਉੱਤੇ ਕੰਮ ਕਰਦੇ ਹੋ ਨੌਜਵਾਨੀ 'ਚ, ਪ੍ਰਧਾਨ ਹੋ ਤੁਸੀਂ, ਅਗਰ ਤੁਸੀਂ ਇਹ ਗੱਲ ਨਾ ਕਹੋਗੇ ਤਾਂ ਨੌਜਵਾਨਾਂ ਦੇ ਤੁਹਾਡੀ ਤੁਸੀਂ ਖਬਰ ਬਣਾਉਣ ਕਰਕੇ ਮੈਨੂੰ ਨਾ ਇਸ ਚੀਜ਼ ਵਿੱਚ ਪਾਓ। ਮੇਰੇ ਸਿਰਫ ਇੰਨੀ ਬੇਨਤੀ ਆ ਵੀ ਤੁਸੀਂ ਜਿਹੜੀ ਗੱਲ ਕਰਦੇ ਹੋ ਨੌਜਵਾਨਾਂ ਨੂੰ ਚਿਹਰਾ ਮਿਲਣਾ ਚਾਹੀਦਾ, ਲੇਕਿਨ ਬਜ਼ੁਰਗਾਂ ਦਾ ਮਾਨ ਸਤਿਕਾਰ ਵੀ ਆ। ਬਜ਼ੁਰਗ ਅੱਜ ਬਜ਼ੁਰਗਾਂ ਦੇ ਸਿਰ ਦੇ ਉੱਤੇ ਅਸੀਂ ਖੜੇ ਆ। ਆਪਾਂ ਘਰ ਦੇ ਵਿੱਚ ਬਜ਼ੁਰਗਾਂ ਦੀ ਕਿੰਨੀ ਇੱਜ਼ਤ ਕਰੀਦੀ ਆ, ਘਰ ਦੇ ਵਿੱਚ ਅਸੀਂ ਉਹੀ ਸਾਡੀ ਇਹ ਪਾਰਟੀ ਇੱਕ ਪਰਿਵਾਰ ਹੁੰਦਾ ਵਾ। ਬਜ਼ੁਰਗਾਂ ਦੇ ਸਿਰ ਦੇ ਉੱਤੇ ਉਹਨਾਂ ਨੇ ਸਾਨੂੰ ਗਾਈਡ ਵੀ ਕਰਨਾ, ਉਹਨਾਂ ਨੇ ਸਾਨੂੰ ਰਾਹ ਤੇ ਵੀ ਪਾਉਣਾ, ਔਰ ਉਸ ਤਰੀਕੇ ਨਾਲ ਹੀ ਸਾਨੂੰ ਚੱਲਣਾ ਚਾਹੀਦਾ ਵਾ। ਔਰ ਲੇਕਿਨ ਨਾਲ ਨੌਜਵਾਨਾਂ ਨੂੰ ਸਪੇਸ ਨੂੰ ਹੌਲੀ ਹੌਲੀ ਆਪਾਂ ਉਹਨਾਂ ਨੂੰ ਜਿਹੜੀ ਨੌਜਵਾਨ ਲੀਡਰਸ਼ਿਪ ਆ ਉਹਨੂੰ ਵੀ ਥੋੜਾ ਤਿਆਰ ਕਰਨਾ ਚਾਹੀਦਾ, ਤਾਂ ਕਿ ਇੱਕ ਲੀਡਰਸ਼ਿਪ ਦੇ ਵਿੱਚ ਗੈਪ ਨਾ ਆਵੇ, ਕੱਲ ਨੂੰ ਇੱਕ ਕ੍ਰਾਈਸਿਸ ਨਾ ਆਵੇ, ਕੱਲ ਨੂੰ ਕਿਸੇ ਦੀ ਕੁਝ ਉੱਪਰ ਨੀਚੇ ਹੋਵੇ ਤੇ ਘੱਟੋ ਘੱਟ ਲੀਡਰਸ਼ਿਪ ਜਿਹੜੀ ਨੌਜਵਾਨ ਉਹ ਤਿਆਰ ਰਵੇ। ਉਹ ਸਾਡੀ ਆ। ਅਸੀਂ ਕਿਸੇ ਬਜ਼ੁਰਗਾਂ ਨੂੰ ਜਿਹੜੇ ਲੀਡਰ ਵੱਡੇ ਵੀ ਆ, ਜਿਹੜੇ ਬਜ਼ੁਰਗ ਵੀ ਆ, ਉਹਨਾਂ ਦਾ ਵੀ ਮਾਨ ਸਤਿਕਾਰ ਹੋਣਾ ਚਾਹੀਦਾ। ਐਂ ਤਾਂ ਫਿਰ ਵਿਚਕਾਰਲੇ ਵੀ ਕਈ ਲੀਡਰ ਵਿਚਾਰੇ ਰਹਿ ਜਾਂਦੇ ਆ। ਨੌਜਵਾਨਾਂ ਨੂੰ ਲੈ ਆਓ ਤੇ ਤੁਸੀਂ ਆਪਣਾ ਬਜ਼ੁਰਗਾਂ ਦੇ ਵਿੱਚ ਵਿਚਕਾਰ ਵੀ ਕਈ ਲੀਡਰ ਹੈਗੇ ਆ। ਸੋ ਉਹ ਪ੍ਰੋਪਰ ਜਿਹੜੀ ਆ ਕੰਪੋਜੀਸ਼ਨ ਹੋਣੀ ਚਾਹੀਦੀ ਆ, ਔਰ ਕੰਸੀਡਰਿੰਗ ਵੀ ਨੌਜਵਾਨ ਪਾਪੂਲੇਸ਼ਨ ਆ ਉਸ ਹਿਸਾਬ ਨਾਲ ਹੋਣਾ ਵੀ ਚਾਹੀਦਾ। ਤੁਸੀਂ ਲਗਾਤਾਰ ਇਹ ਚਰਚਾਵਾਂ ਵੀ ਕਰ ਰਹੇ ਹੋ, ਕਿਉਂਕਿ ਮੈਂ ਤੁਹਾਨੂੰ ਇਹ ਸਵਾਲ ਤਾਂ ਕਰ ਰਿਹਾ ਕਿ ਤੁਸੀਂ ਕੈਪਟਨ ਸਾਹਿਬ ਨਾਲ ਆਮ ਤੌਰ ਤੇ ਦਿਖਦੇ ਰਹਿੰਦੇ ਹੋ, ਆਮ ਤੌਰ ਤੇ ਉਹਨਾਂ ਨਾਲ ਬੈਠੇ ਹੁੰਦੇ ਹੋ। ਕੈਬਨਿਟ ਐਕਸਪੈਂਡ ਹੋ ਰਹੀ ਆ ਜਾਂ 18 ਦੀ ਕੈਪੈਸਿਟੀ ਹੈਗੀ ਆ, ਤੁਸੀਂ ਕਦੇ ਕੈਪਟਨ ਸਾਹਿਬ ਨੂੰ ਕਿਹਾ ਕਿ ਇੰਨੇ ਮੰਤਰੀ ਨੌਜਵਾਨ ਵਿੱਚ ਕਰ ਲੈਣੇ ਚਾਹੀਦੇ ਆ, ਨੌਜਵਾਨਾਂ ਨੂੰ ਟਾਈਮ ਦੇਣਾ ਚਾਹੀਦਾ, ਨੌਜਵਾਨ ਬਥੇਰੇ ਸਾਡੇ ਕੋਲ ਐਮਐਲਏ ਹੈਗੇ ਨੇ? ਦੇਖੋ, ਕੈਪਟਨ ਸਾਹਿਬ ਦਾ ਪ੍ਰੈਰੋਗੇਟਿਵ ਆ। ਮੈਂ ਫਿਰ ਕਹਿੰਦਾ ਸੁਝਾਅ ਅਸੀਂ ਹੋਰ ਵੀ ਬੜੇ ਮੁੱਦਿਆਂ ਦਿੰਦੇ ਆ। ਕੀ ਸੁਝਾਅ ਦਿੱਤਾ? ਕਿੰਨੇ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ, ਮੈਂ ਜਦੋਂ ਸਹੁੰ ਚੁੱਕ ਸਮਾਗਮ ਸੀ ਉਦੋਂ ਵੀ ਮੈਂ ਕਿਹਾ ਸੀ ਵੀ ਨੌਜਵਾਨਾਂ ਨੂੰ ਮੌਕਾ ਦਿਓ। ਕੈਪਟਨ ਸਾਹਿਬ ਨੌਜਵਾਨ ਡਟ ਕੇ ਖੜਦਾ ਵੀ ਆ, ਨਾਲ ਜੋਸ਼ ਵੀ ਆ, ਭੱਜ ਨਸ ਵੀ ਜ਼ਿਆਦਾ ਕਰਦਾ ਵਾ, ਔਰ ਨੌਜਵਾਨਾਂ ਦੇ ਵਿੱਚ ਇੱਕ ਮਤਲਬ ਵੀ ਕਿਉਂਕਿ ਭੁੱਖ ਜ਼ਿਆਦਾ ਹੁੰਦੀ ਆ, ਪੋਟੈਂਸ਼ੀਅਲ ਹੁੰਦੀ ਆ। ਔਰ ਅਗਰ ਅੱਜ ਮੌਕਾ ਤੁਸੀਂ ਨਹੀਂ ਦੋਗੇ ਤੇ ਫਿਰ ਬਾਅਦ ਵਿੱਚ ਉਹ ਫਿਰ 5-5 10-10 ਸਾਲ ਪਿੱਛੇ ਚੱਲ ਜਾਂਦੇ ਆ। ਸੋ ਇਸ ਕਰਕੇ ਅੱਜ ਮੌਕਾ ਵਾ ਨੌਜਵਾਨ ਨਵੀਂ ਲੀਡਰਸ਼ਿਪ ਨੂੰ ਥੋੜਾ ਮੌਕਾ ਦੇਣ ਦਾ, ਤਾਂ ਕਿ ਆਉਣ ਵਾਲੇ ਸਮੇਂ 'ਚ ਉਹ ਵੱਡੀਆਂ ਉਪਲਬਧੀਆਂ ਦੇ ਉੱਤੇ, ਵੱਡੀਆਂ ਰੋਲਸ ਦੇ ਉੱਤੇ ਪਹੁੰਚ ਸਕਣ। ਤਾਂ ਇਹਨੇ ਬਰਿੰਦਰ ਢਿੱਲੋਂ ਜੋ ਕਿ ਕਹਿ ਰਹੇ ਨੇ ਕਿ ਕੈਬਨਿਟ ਦੇ ਵਿੱਚ ਨੌਜਵਾਨਾਂ ਨੂੰ ਜਗ੍ਹਾ ਜ਼ਰੂਰ ਮਿਲਣੀ ਚਾਹੀਦੀ ਹੈ। ਹਾਲ ਫਿਲਹਾਲ ਦੀ ਗੱਲ ਕਰੀਏ ਤਾਂ ਹਾਲ ਫਿਲਹਾਲ ਕੈਬਨਿਟ ਦੇ ਵਿੱਚ ਬਹੁਤੇ ਚਿਹਰੇ ਨਹੀਂ ਹੈਗੇ ਨੌਜਵਾਨ। 45 ਸਾਲ ਤੋਂ ਘੱਟ ਦੀ ਉਮਰ ਵਾਲਾ ਕੋਈ ਵੀ ਐਸਾ ਐਮਐਲਏ ਨਹੀਂ ਹੈ ਜਿਹੜਾ ਮੰਤਰੀ ਹੋਵੇ, ਬਣਾਇਆ ਗਿਆ ਹੋਵੇ। ਤਾਂ ਇਸ ਕਰਕੇ ਬਹੁਤ ਸਾਰੇ ਸਵਾਲ ਜਿਹੜੇ ਚੱਕੇ ਜਾ ਰਹੇ ਨੇ ਕਿ ਨੌਜਵਾਨਾਂ ਨੂੰ ਜਗ੍ਹਾ ਨਹੀਂ ਮਿਲਦੀ ਕੈਪਟਨ ਸਰਕਾਰ ਦੇ ਵਿੱਚ, ਕੈਬਨਿਟ 'ਚ। ਤਾਂ ਇਸ ਨੂੰ ਲੈ ਕੇ ਮੰਗ ਬਰਿੰਦਰ ਢਿੱਲੋਂ ਵੱਲੋਂ ਕੀਤੀ ਗਈ ਹੈ, ਯੂਥ ਪ੍ਰਧਾਨ ਵੱਲੋਂ ਕੀਤੀ ਗਈ ਹੈ ਕਿ ਨੌਜਵਾਨ ਚਿਹਰਿਆਂ ਨੂੰ ਹੁਣ ਜਗ੍ਹਾ ਮਿਲਣੀ ਚਾਹੀਦੀ ਹੈ ਕੈਬਨਿਟ ਦੇ ਵਿੱਚ, ਤਾਂ ਕਿ ਉਹਨਾਂ ਨੂੰ ਵੀ ਰਾਜਨੀਤੀ ਸਿੱਖਣ ਦਾ ਮੌਕਾ ਮਿਲੇ, ਕੰਮ ਕਰਨ ਦਾ ਮੌਕਾ ਮਿਲੇ। ਕੈਮਰਾਮੈਨ ਦੀਪਕ ਦੇ ਨਾਲ ਅਰਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ, ਚੰਡੀਗੜ੍ਹ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।